ਵੀਹ ਟੱਪਕੇ 21 ਦੀ ਸਦੀ ਹੋ ਗਈ ਹੈ। ਨੇਕੀ ਦਾ ਸਬਰ ਵੇਖ ਕੇ ਕੱਚੀ ਜਈ ਬਦੀ ਹੋ ਗਈ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਮਨਦੀਪ ਕੌਰ ਸੰਧੂ। ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ। ਅੱਜ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ, ਵੱਖੋ ਵੱਖਰੇ ਰੰਗ ਦਿਖਾ ਰਹੇ ਤੁਹਾਨੂੰ ਇੱਥੋਂ ਦੇ। ਅੱਜ ਸਾਡੇ ਨਾਲ ਵੀਰ ਸਿੰਘ ਹੁਣੀ ਮੌਜੂਦ ਨੇ। ਹਮੇਸ਼ਾ ਹੀ ਸ਼ੁਰੂ ਤੋਂ ਜਦੋਂ ਤੋਂ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਇਹ ਵੀ ਕਿਸਾਨਾਂ ਦੇ ਪੁੱਤ ਬਣ ਕੇ ਡਟੇ ਹੋਏ ਨੇ। ਪਹਿਲੇ ਦਿਨ ਤੋਂ ਹੀ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਅੱਜ ਸਾਡੇ ਨਾਲ ਨੇ, ਸਵਾਗਤ ਕਰਦੇ ਨੇ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ। ਤੁਸੀਂ 1 ਮਹੀਨੇ ਤੋਂ ਉੱਪਰ ਹੋ ਗਿਆ ਇੱਥੇ ਬੈਠੇ ਹੋਏ ਹੋ। ਕਿਸਾਨ ਵੀ ਦਿੱਲੀ ਦੀਆਂ ਬਰੂਹਾਂ ਤੇ ਆ ਕੇ ਬੈਠੇ ਹੋਏ ਨੇ। ਕੀ ਕੁਛ ਇੱਥੇ ਆ ਕੇ ਆਬਜ਼ਰਵ ਕੀਤਾ ਹੈ? ਬੜੀਆਂ ਕਮਾਲ ਦੀਆਂ ਆਬਜ਼ਰਵੇਸ਼ਨਸ ਰਹੀਆਂ ਨੇ ਇੱਥੇ। ਜਿੱਦਾਂ ਕੱਲ ਸਵੇਰ ਦੀ ਤੁਹਾਨੂੰ ਗੱਲ ਦੱਸਦਾ ਕਿ ਮੈਂ ਟੈਂਟ ਚੋਂ ਨਿਕਲਿਆ ਤਾਂ ਹੱਥ ਬਹੁਤ ਠਰਦੇ ਸੀਗੇ। ਹੱਥ ਸੇਕਣ ਲਈ ਇੱਕ ਭੱਠੀ ਦੇ ਕੋਲੇ ਹੋਇਆ ਤਾਂ ਉੱਥੇ ਨਾ ਇੱਕ ਮਾਤਾ ਜੀ ਆਏ, ਉਹ ਹੱਥ ਸੇਕਣ ਲੱਗੇ। ਦੂਜੇ ਪਿੱਛੋਂ ਆਏ ਤਾਂ ਉਹਨਾਂ ਨੂੰ ਹੱਥ ਤੇ ਚਪੇੜ ਮਾਰ ਕੇ ਕਹਿੰਦੇ ਵੀ ਜਾ ਗਾਂ, ਹੱਥ ਸੇਕਣ ਲੱਗੀ ਹੈ ਕਿੱਡੀ, ਆ ਜਾ ਸਬਜ਼ੀ ਕੱਟਦੇ, ਨਾਲੇ ਹੱਥ ਗਰਮ ਹੋ ਜਾਣਗੇ, ਨਾਲੇ ਸੇਵਾ ਹੋ ਜੂਗੀ। ਤਾਂ ਮੈਨੂੰ ਹੱਥ ਸੇਕਦੇ ਨੂੰ ਸ਼ਰਮ ਆ ਗਈ ਕਿ ਮੈਂ ਤਾਂ ਜਵਾਨ ਹਾਂ, ਹੈ ਨਾ। ਸੋ ਉਹ ਜਿਹੜੇ ਲੈਸਨਸ ਮੈਂ ਇੱਥੇ ਆ ਕੇ ਲੈ ਰਿਹਾ ਹਾਂ, ਜੋ ਮੈਂ ਚੀਜ਼ਾਂ ਇੱਥੇ ਲੋਕਾਂ ਦੇ ਵਿੱਚ ਰਹਿ ਕੇ ਮਹਿਸੂਸ ਕਰ ਪਾ ਰਿਹਾ ਹਾਂ, ਉਹ ਮੇਰੀ ਲਾਈਫ 'ਚ ਗਾਣਿਆਂ 'ਚ ਹਮੇਸ਼ਾ ਤੁਹਾਡੀ ਸਾਦਗੀ ਦੇਖਣ ਨੂੰ ਮਿਲਦੀ ਹੈ। ਬੜੇ ਸਿੰਪਲ ਸਾਦਗੀ ਵਾਲੇ ਸ਼ਬਦ ਹੁੰਦੇ ਨੇ ਤੇ ਕਰਾਰੀ ਚੋਟ ਵੀ ਜਿਹੜੀ ਹੈ ਹਮੇਸ਼ਾ ਤੁਹਾਡੇ ਵੱਲੋਂ ਮਾਰੀ ਜਾਂਦੀ ਰਹੀ ਹੈ। ਤੇ ਹੁਣ ਵੀ ਵੀਰ ਸਿੰਘ ਹੁਣੀ ਬੜੇ ਸਾਦੇ ਜਿਹੇ ਲਿਬਾਸ ਵਿੱਚ ਬੈਠੇ ਹੋਏ ਨੇ। ਕਦੇ ਇਹ ਨਹੀਂ ਕੀਤਾ ਕਿ ਹਾਂਜੀ ਅਸੀਂ ਟੌਰ ਸ਼ੌਰ ਲਾ ਕੇ ਆਉਣੀ ਆ। ਬੜੇ ਚੀਜ਼ਾਂ ਅਸੀਂ ਇੱਥੇ ਆ ਕੇ ਸਾਡੇ 'ਚ ਬਦਲਾਅ ਬਹੁਤ ਆਇਆ ਹੈ। ਟੌਰ ਵਾਲਾ ਮਸਲਾ ਤਾਂ ਬਹੁਤ ਪਿੱਛੇ ਹੀ ਛੁੱਟ ਗਿਆ ਜੀ ਕਿਤੇ। ਟੌਰ ਵਾਲਾ ਤਾਂ ਹੁਣ ਸਵੇਰੇ ਜਦੋਂ ਆਉਣਾ ਹੁੰਦਾ ਹੈ, ਹੁਣ ਸ਼ੂ ਪਾਉਣੇ ਸੀਗੇ, ਸ਼ੂਜ਼ ਦਾ ਜੋੜਾ ਇੱਕ ਸੀਗਾ, ਤਾਂ ਮੈਨੂੰ ਲੱਗਾ ਕਿ ਨਹੀਂ ਚੱਪਲਾਂ ਪਾ ਕੇ ਚੱਲਦੇ, ਅੱਜ ਮੀਂਹ ਪੈ ਰਿਹਾ ਤਾਂ ਚੱਪਲਾਂ ਪਾ ਕੇ ਨਿਕਲ ਆਏ। ਉਹ ਸੋਚ ਤੋਂ ਬਾਹਰ ਹੋ ਗਈਆਂ ਚੀਜ਼ਾਂ। ਹੁਣ ਉਹ ਇੱਥੇ ਮੈਂ ਤਾਂ ਇਹ ਕਹਿੰਦਾ ਕਿ ਜਿਹੜਾ ਵੀ ਬੰਦਾ, ਕੋਈ ਉਹ ਨਹੀਂਗਾ, ਪਰ ਜਿਹੜਾ ਵੀ ਇੱਥੇ ਆਊਗਾ ਨਾ ਉਹਦੇ ਅੰਦਰ ਇਹ ਬਦਲਾਅ ਜਿਹੜਾ ਸੁਭਾਵਿਕ ਆ ਜਾਣਾ। ਕਿ ਇੱਥੇ ਦੀ ਜਿਹੜੀ ਹਕੀਕਤ ਹੈ, ਜੋ ਗਰਾਊਂਡ ਦੇ ਉੱਤੇ ਕੰਮ ਚੱਲ ਰਿਹਾ ਹੈ ਇੱਥੇ, ਇਹ ਕਿਸੇ ਤੀਰਥ ਨਾਲੋਂ ਘੱਟ ਨਹੀਂ ਆ। ਤੇ ਇੱਥੇ ਵਿਚਰਦਿਆਂ, ਇੱਥੇ ਇਹਨਾਂ ਲੋਕਾਂ 'ਚ ਰਹਿੰਦਿਆਂ, ਇਹਨਾਂ ਦਾ ਪਿਆਰ ਲੈਂਦਿਆਂ ਤੁਹਾਨੂੰ ਵੀ ਨਹੀਂ ਪਤਾ ਕਿ ਤੁਹਾਡੇ ਅੰਦਰ ਕਿੰਨੀਆਂ ਚੇਂਜਸ ਆਉਣਗੀਆਂ ਤੇ ਤੁਸੀਂ ਕਿੰਨੇ ਪਾਕ ਸਾਫ਼ ਹੋ ਜਾਣਾ। ਬਿਲਕੁਲ। ਗੱਡੀਆਂ 'ਚ ਘੁੰਮਣ ਵਾਲੇ ਕਲਾਕਾਰ ਹਮੇਸ਼ਾ ਵੱਡੀਆਂ ਮਹਿੰਗੀਆਂ ਗੱਡੀਆਂ 'ਚ ਆਉਂਦੇ ਸੀ। ਅੱਜ ਤੁਹਾਨੂੰ ਵੀ ਦੇਖਿਆ, ਮੈਂ ਜਦੋਂ ਆ ਰਹੀ ਸੀ ਤਾਂ ਜਦੋਂ ਤੁਹਾਨੂੰ ਦੇਖਿਆ ਕਿ ਤੁਸੀਂ ਬੈਠੇ ਹੋਏ ਹੋ ਤੇ ਇਸ ਸਬੱਬ ਕਿਤੇ ਹੋਰ ਬਣ ਰਿਹਾ ਸੀ, ਅਚਾਨਕ ਤੁਹਾਨੂੰ ਦੇਖਿਆ ਤਾਂ ਸਾਡੇ ਵੀ ਪੈਰ ਇੱਧਰ ਨੂੰ ਆ ਗਏ ਨੇ। ਤੇ ਤੁਸੀਂ ਵੀ ਜ਼ਮੀਨ 'ਤੇ ਇੱਦਾਂ ਹੀ ਬੈਠੇ ਹੋਏ ਹੋ, ਬਾਹਰ ਹੋਰ ਕਲਾਕਾਰਾਂ ਨੂੰ ਮਿਲਦੇ ਆ, ਉਹ ਵੀ ਇੱਦਾਂ ਹੀ ਬੈਠੇ ਨੇ। ਹਰ ਇੱਕ ਦੇ ਵਿੱਚ ਇੰਨਾ ਬਦਲਾਅ ਆਇਆ ਹੈ। ਏਕਾ ਵੀ ਤੁਸੀਂ ਦੇਖਦੇ ਹੋਵੋਗੇ ਕਿ ਸਾਡਾ ਜਿਹੜਾ ਕਲਾਕਾਰ ਭਾਈਚਾਰਿਆਂ ਦੇ ਵਿੱਚ ਥੋੜੇ ਵਖਰੇਵੇਂ ਵੀ ਵੇਖਣ ਨੂੰ ਮਿਲੇ ਸੀ ਤੇ ਉਹ ਵੀ ਅੱਜ ਇੱਕ ਹੋ ਗਏ ਨੇ। ਬਿਲਕੁਲ। ਕਿਤੇ ਨਾ ਕਿਤੇ ਨਾ ਸਾਰੀ એનર્ਜੀ ਐਜੀਟੇਸ਼ਨ ਨੂੰ ਸਮਰਪਿਤ ਹੋਣੀ ਸ਼ੁਰੂ ਹੋ ਗਈ। ਆਪਸੀ ਜਿਹੜੇ ਸਾਡੇ ਵੈਰ ਵਿਰੋਧ ਕਿਤੇ ਨਾ ਕਿਤੇ ਅਸੀਂ ਪਿੱਛੇ ਛੱਡ ਆਏ ਆ ਕਿ ਉਹ ਕੋਈ ਨਹੀਂ, ਜਦੋਂ ਕਦੀ ਟਾਈਮ ਆਊਗਾ ਤਾਂ ਰਿਜ਼ੋਲਵ ਕਰਾਂਗੇ। ਪਰ ਹੁਣ ਸਾਡਾ ਕੱਲਾ ਸਾਹ, ਸਾਡੀ એનર્ਜੀ ਦਾ ਹਰ ਕਣ ਜਿਹੜਾ ਹੈ ਉਹ ਇਸ ਐਜੀਟੇਸ਼ਨ ਦੇ ਪ੍ਰਤੀ ਹੋਣਾ ਚਾਹੀਦਾ। ਜਦੋਂ ਇੱਥੇ ਬੈਠਦੇ ਹੋ, ਆਲਾ ਦੁਆਲਾ ਵੇਖਦੇ ਹੋ, ਆਲੇ ਦੁਆਲੇ ਦੇ ਰੰਗ ਦੇਖਦੇ ਹੋ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਉਹ ਬੀਬੀ ਜੀ ਮਿਲੇ ਸੀ, ਹੱਥ ਸੇਕ ਰਹੇ ਸੀ, ਹੋਰ ਵੀ ਬਹੁਤ ਚੀਜ਼ਾਂ ਤੁਸੀਂ ਦੇਖੀਆਂ ਨੇ, ਇਹਨਾਂ ਨੂੰ ਕਦੇ ਆਪਣੇ ਕਾਗਜ਼ ਤੇ ਉਤਾਰਨ ਦੀ ਕੋਸ਼ਿਸ਼ ਕੀਤੀ? ਕਾਗਜ਼ ਤੇ ਉਤਾਰੇ ਨਹੀਂ ਜਾ ਰਿਹਾ ਮੇਰੇ ਕੋਲੋਂ। ਇਹ ਇਮੋਸ਼ਨਸ ਇੰਨੇ ਵੱਡੇ ਨੇ। ਮੈਂ ਜਦੋਂ ਦਾ ਆਇਆ ਹੋਇਆ 26 ਤਰੀਕ ਦਾ, ਮੈਂ ਕੁਝ ਵੀ ਖਾਸ ਲਿਖ ਨਹੀਂ ਪਾ ਰਿਹਾ ਇੱਥੇ ਆ ਕੇ, ਕਿਉਂਕਿ ਮੈਂ ਮਹਿਸੂਸ ਕਰਨ ਦੇ ਵਿੱਚ ਹੀ ਇੰਨਾ ਕੁ ਮਸਰੂਫ ਹੋ ਗਿਆ ਆ ਕਿ ਲਿਖਣ ਦਾ ਨਾ ਸਮਾਂ ਬਣ ਪਾ ਰਿਹਾ, ਨਾ ਕਾਪੀ ਪੈਨ ਲੱਭਦਾ। ਹੁਣ ਵੀ ਆ ਜਿਹੜੇ ਮਾਤਾ ਜੀ ਤੁਹਾਡੇ ਤੋਂ ਪਹਿਲਾਂ ਮੇਰੇ ਕੋਲੇ ਬੈਠੇ ਸੀਗੇ, ਪਟਿਆਲੇ ਤੋਂ ਨੇ, ਤਾਂ ਇੱਕ ਦਿਨ ਲੰਘਦੇ ਜਾਂਦਿਆਂ ਮੇਰਾ ਨਾ ਗੁੱਟ ਫੜ ਲਿਆ ਟਰਾਲੀ ਦੇ ਵਿੱਚੋਂ। ਇਹਨਾਂ ਨੇ ਫੜ ਕੇ ਤਾਂ ਮੈਨੂੰ ਗਲ ਨਾਲ ਲਾ ਲਿਆ। ਪਹਿਲਾਂ ਤਾਂ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਕੀਤੀਆਂ, ਕੁਛ ਚਿਰ ਰੋਏ ਤੇ ਮੈਨੂੰ ਵੀ ਰਵਾਇਆ। ਉਹਦੇ ਬਾਅਦ ਨਾ 100 ਰੁਪਈਆ ਕੱਢਿਆ ਆਪਣੇ ਪਰਸ ਦੇ ਵਿੱਚ ਉਹਨਾਂ ਨੇ, ਉਹ ਕੱਢ ਕੇ ਮੈਨੂੰ ਦਿੱਤਾ। ਤੇ ਮੈਨੂੰ ਲੱਗਿਆ, ਮੈਂ ਕਿਹਾ ਮਾਤਾ ਜੀ, ਤੁਸੀਂ ਬਹੁਤ ਕੁਛ ਅੱਗੇ ਦੇ ਦਿੱਤਾ ਮੈਨੂੰ, ਤਾਂ ਇਹਦੀ ਕੀ ਲੋੜ ਆ? ਕਹਿੰਦੇ ਨਹੀਂ, ਮੈਨੂੰ ਪਤਾ ਥੋੜੇ ਆ। ਮੈਂ ਕਿਹਾ ਹਾਏ ਮੇਰੀ ਮਾਂ, ਥੋੜੇ ਨਹੀਂ ਗੇ, ਇਹ ਤਾਂ ਇੰਨੇ ਜ਼ਿਆਦੇ ਆ ਨਾ ਵੀ ਮੈਂ ਇਹਦਾ ਕਰਜ਼ਾ ਲਾ ਨਹੀਂ ਸਕਦਾ ਸਾਰੀ ਜ਼ਿੰਦਗੀ। ਤੇ ਕਹਿੰਦੇ ਮੈਨੂੰ ਬਸ ਨਾ ਤੇਰੇ ਵਰਗਾ ਪੁੱਤ ਚਾਹੀਦਾ। ਮੈਂ ਕਿਹਾ ਮੈਂ ਤੁਹਾਡਾ ਹੀ ਆ, ਮੈਂ ਤੁਹਾਡੇ ਢਿੱਡੋਂ ਜੰਮਿਆ ਨਹੀਂ, ਪਰ ਮੈਂ ਤੁਹਾਡਾ ਹੀ ਆ। ਉਹ ਜਿਹੜਾ ਪਿਆਰ ਮੈਨੂੰ ਇੱਥੇ ਮਿਲ ਰਿਹਾ, ਮੈਂ ਉਹਦਾ ਦੇਣ ਕਿਵੇਂ ਦੇ ਸਕਦਾ ਆ? ਮਤਲਬ ਉਹ ਅੱਖਰਾਂ ਤੋਂ ਬਾਹਰ ਹੈ, ਉਹ ਕਿਸੇ ਵੀ ਹੱਦਬੰਦੀ 'ਚ ਉਹਨੂੰ ਬੰਨਿਆ ਨਹੀਂ ਜਾ ਸਕਦਾ। ਮੈਂ ਉਹਨੂੰ ਜੀਣ ਆਇਆ ਤਾਂ ਮੈਂ ਮਸਤ ਹਾਂ ਉਹਨੂੰ ਜੀਣ ਦੇ ਵਿੱਚ। ਮੇਰਾ ਬਾਕੀ ਸਾਰਾ ਕੁਝ ਛੁੱਟਦਾ ਵੀ ਛੁੱਟ ਜੇ, ਪਰ ਮੇਰੇ ਕੋਲ ਜਿਹੜੀ ਚੀਜ਼ ਮੈਨੂੰ ਲੱਭ ਗਈ ਆ ਨਾ, ਜਿੱਦਾਂ ਕਹਿੰਦੇ ਨਾ ਗੂੰਗੇ ਕੀ ਮਠਿਆਈ, ਵੀ ਗੂੰਗੇ ਨੇ ਮਠਿਆਈ ਖਾ ਲਈ ਤਾਂ ਕੀ ਦੱਸੇ। ਮੇਰੇ ਨਾਲ ਤਾਂ ਉਹ ਹਾਲ ਹੋ ਰਿਹਾ ਇੱਥੇ। ਮੈਂ ਬਹੁਤ ਆਨੰਦ 'ਚ ਹਾਂ ਜੀ। ਹੁਣ ਵੀ ਅੱਖਾਂ ਨਮ ਹੋ ਗਈਆਂ ਨੇ ਗੱਲ ਕਰਦਿਆਂ। ਅੱਛਾ, ਤੁਸੀਂ ਦੱਸ ਰਹੇ ਸੀ ਕਿ ਤੁਸੀਂ ਚੱਪਲ ਪਾ ਕੇ ਜੋ ਤੁਰੇ ਆ ਰਹੇ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਮਿਲਿਆ ਵੀ ਹੋਣਾ, ਰਾਹ 'ਚ ਰੋਕਿਆ ਵੀ ਹੋਣਾ ਹੈ? ਨਹੀਂ, ਲੋਕ ਹੁਣ ਨਾ ਕੀ ਹੁੰਦਾ, ਮੈਂ ਬੁੱਕਲ ਜੀ ਮਾਰੀ ਹੁੰਦੀ ਕਈ ਵਾਰੀ, ਜਾਂ ਪਰਨਾ ਬੰਨਿਆ ਹੁੰਦਾ, ਪਰਨੇ ਕਰਕੇ ਨਾ ਕਈ ਵੀਰ ਮਿਲਦੇ ਆ
ਕਹਿੰਦੇ ਭਾਈ ਜਮਾ ਵੀਰ ਸਿੰਘ ਵਰਗਾ ਲੱਗਦਾ ਤੂੰ, ਹੈ ਨਾ। ਤਾਂ ਮੈਂ ਕਹਾਂ ਹਾਂ ਯਾਰ ਮੈਨੂੰ ਬੜੇ ਲੋਕੀ ਕਹਿੰਦੇ ਉਹਦੇ ਵਰਗਾ ਲੱਗਦਾ। ਤੇ ਮੈਂ ਇਦਾਂ ਕਹਿ ਕੇ ਨਿਕਲਦਾ, ਕਿਉਂਕਿ ਜੇ ਮੈਂ ਇੱਕ ਥਾਂ ਖਲੋ ਜਾ ਫੋਟੋ ਵਾਸਤੇ ਫਿਰ ਬਹੁਤ ਸਮਾਂ ਉੱਥੇ ਨਿਕਲਦਾ। ਤਾਂ ਕੋਸ਼ਿਸ਼ ਕਰੀਦੀ ਕਿ ਕੋਈ ਨਾ ਹੀ ਪਛਾਣੇ ਤਾਂ ਅਸੀਂ ਆਪਣੇ ਕੰਮ ਨੂੰ ਜਿਹੜੇ ਨੂੰ ਚੱਲਿਆ ਹੋਇਆ, ਜਿਹੜੀ ਸੇਵਾ ਨੂੰ ਨਿਕਲਿਆ ਹੋਇਆ, ਉਹ ਜਾ ਕੇ ਕਰ ਲਵਾਂ। ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਚਾਹੇ ਕਿਸੇ ਵੀ ਸਰਹੱਦ ਦੀ ਗੱਲ ਕਰ ਲਈਏ ਹੁਣ ਤਾਂ ਸ਼ਹਾਦਤਾਂ ਦਾ ਦੌਰ ਵੀ ਜਾਰੀ ਹੈ, ਕੋਈ ਆਤਮ ਹੱਤਿਆ ਦਾ ਰਾਹ ਵੀ ਚੁਣ ਰਿਹਾ ਹੈ। ਉਦੋਂ ਦਿਲ ਨੂੰ ਬਹੁਤ ਠੇਸ ਪਹੁੰਚਦੀ ਹੈ ਕਿ ਜਦੋਂ ਕੋਈ ਅਸੀਂ ਇੱਥੇ ਜਿੱਤਣ ਆਏ ਹਾਂ, ਜਿੱਤਾਂਗੇ ਜ਼ਰੂਰ, ਸਾਨੂੰ ਲੱਗਦਾ ਨਹੀਂ ਕਿ ਇੰਨੀ ਛੇਤੀ ਸਾਨੂੰ ਜਿਹੜਾ ਹੌਸਲਾ ਇੱਥੇ ਢਾਉਣਾ ਚਾਹੀਦਾ ਹੈ ਤੇ ਆਤਮ ਹੱਤਿਆ ਵਾਲਾ ਜਿਹੜਾ ਰਾਹ ਚੁਣਨਾ ਚਾਹੀਦਾ ਹੈ। ਦੇਖੋ, ਆਤਮ ਹੱਤਿਆ ਕਦੀ ਵੀ ਕੋਈ ਸੋਲੂਸ਼ਨ ਨਹੀਂ ਰਿਹਾ। ਮੈਂ ਤਾਂ ਇਹ ਕਹੂੰਗਾ ਕਿ ਜੇ ਤੁਸੀਂ ਜ਼ਿੰਦਗੀ ਤੋਂ ਇੰਨੇ ਅੱਕੇ ਹੋਏ ਹੋ ਤਾਂ ਜਿਹੜੀ 26 ਨੂੰ ਪਰੇਡ ਕਰਨੀ ਹੈ ਉਹਦੇ ਵਿੱਚ ਅੱਗੇ ਲੱਗ ਜਾਇਆ ਜੇ, ਹੈ ਨਾ। ਜੇ ਤੁਸੀਂ ਵਾਕਿਆ ਜ਼ਿੰਦਗੀ ਤੋਂ ਸੁਰਖਰੂ ਹੋਣਾ ਚਾਹੁੰਦੇ ਹੋ, ਪਹਿਲੀ ਗੱਲ ਤਾਂ ਜਿਹੜੀ ਸ਼ਹੀਦੀ ਹੁੰਦੀ ਹੈ ਨਾ, ਉਹ ਸਿਰਫ ਸਰੀਰਕ ਨਹੀਂ ਹੁੰਦੀ। ਉਹਦਾ ਪਹਿਲਾਂ ਮਨ ਕਰਕੇ ਉਹਦੀ ਤਿਆਰੀ ਕਰਨੀ ਜ਼ਰੂਰੀ ਹੁੰਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਤੋਂ ਸੋਚ ਕੇ ਨਿਕਲਦੇ ਨੇ। ਉਹ ਸਿਰਫ ਇੱਕ ਮੌਕੇ ਦੀ ਜਾਂ ਚੰਦ ਕੁ ਮਿੰਟਾਂ ਦੀ ਗੱਲ ਨਹੀਂ ਸੀ ਉਹ ਸ਼ਹੀਦੀ। ਉਹ ਸ਼ਹੀਦੀ ਦੇ ਪਿੱਛੇ ਸਬਰ ਦੇਖਣ ਵਾਲਾ ਕਿ ਤੁਸੀਂ ਮਨ ਬਣਾਇਆ ਹੋਇਆ ਸ਼ਹੀਦ ਹੋਣ ਦਾ। ਉਸ ਮਨ ਕਰਕੇ ਤੁਸੀਂ ਚੱਲੇ ਹੋ, ਇੱਕ ਕੌਜ਼ ਲੈ ਕੇ ਚੱਲੇ ਹੋ, ਤੇ ਤੁਹਾਡਾ ਰਾਹ, ਉਹਦੀ ਕਲੈਰਿਟੀ ਤੁਹਾਡੇ ਕੋਲ ਹੈ, ਜਸਟੀਫਿਕੇਸ਼ਨ ਤੁਹਾਡੇ ਕੋਲ ਹੈ, ਉਹ ਸ਼ਹੀਦੀ ਹੁੰਦੀ ਹੈ। ਇਹ ਸ਼ਹੀਦੀ ਨਹੀਂ ਹੁੰਦੀ ਕਿ ਤੁਸੀਂ ਆਏ ਮੇਲਾ ਵੇਖਣ ਸੀਗੇ ਤੇ ਗੋਲੀ ਵੱਜ ਗਈ। ਇਹ ਸ਼ਹੀਦੀ ਨਹੀਂ ਹੁੰਦੀ। ਸ਼ਹੀਦ ਹੋਣਾ ਹੈ, ਜੇ ਵਾਕਿਆ ਤੁਸੀਂ ਚਾਹੁੰਦੇ ਹੋ ਸ਼ਹੀਦ ਹੋਣਾ, ਤਾਂ ਪਹਿਲਾਂ ਜੀਣਾ ਸਿੱਖੋ ਤੇ ਜ਼ਿੰਦਗੀ ਲੇਖੇ ਲਾਉਣੀ ਹੁੰਦੀ ਹੈ ਕੌਮ ਦੇ। ਮਰਨਾ ਤਾਂ ਬਹੁਤ ਸੌਖਾ, ਮਰਨਾ ਤਾਂ ਕਿਸੇ ਵੇਲੇ ਵੀ ਬੰਦਾ ਜੋ ਮਰਜ਼ੀ ਜਿੱਥੇ ਮਰਜ਼ੀ ਕਰ ਸਕਦਾ ਹੈ, ਪਰ ਜ਼ਿੰਦਗੀਆਂ ਦੀ ਲੋੜ ਹੈ ਸਾਨੂੰ, ਜ਼ਿੰਦਗੀ ਲੇਖੇ ਲਾਉਣ ਵਾਲਿਆਂ ਦੀ ਲੋੜ ਹੈ। ਤੇ ਜ਼ਿੰਦਗੀ ਲੇਖੇ ਉਦਣ ਲੱਗੇਗੀ ਜਿੱਦਣ ਤੁਸੀਂ ਆਪਣਾ ਸਵੈ ਜਿਹੜਾ ਨਿੱਜੀ ਤੁਹਾਡਾ ਨਾ, ਨਿੱਜੀਕਰਨ ਤੋਂ ਉੱਪਰ ਉੱਠ ਕੇ ਹਰੇਕ ਐਨਰਜੀ ਤੁਹਾਡਾ, ਹਰ ਕਣ ਜਿਹੜਾ ਉਹ ਐਜੀਟੇਸ਼ਨ ਵਾਸਤੇ ਲੱਗੂਗਾ। ਤੇ ਉਹਦੇ 'ਚ ਉਸ ਰਸਤੇ ਤੇ ਚੱਲਦੇ ਆ, ਜੇ ਸ਼ਹਾਦਤ ਦਾ ਜਾਮ ਵੀ ਪੀਣਾ ਪੈ ਜਾਏ ਤਾਂ ਉਹ ਪੀਣਾ ਹੈ। ਸ਼ਹਾਦਤ ਇਹ ਹੈ। ਸ਼ਹਾਦਤ ਦਾ ਮੰਤਵ ਬਹੁਤ ਉੱਚਾ ਹੈ। ਸ਼ਹਾਦਤ ਨੂੰ ਸਮਝਣ ਵਾਸਤੇ ਪਹਿਲਾਂ ਇਹ ਸਮਝਣਾ ਪਏਗਾ, ਸਭ ਮੈਂ ਜੋਤ ਹੈ ਸੋਏ, ਕਿ ਹਰੇਕ ਦੇ ਵਿੱਚ ਉਹ ਜੋਤ ਹੈ। ਸਾਡਾ ਨਿਸ਼ਾਨਾ ਕਦੀ ਵੀ ਕੋਈ ਇਨਸਾਨ ਨਹੀਂ ਰਿਹਾ, ਸਾਡਾ ਨਿਸ਼ਾਨਾ ਹਮੇਸ਼ਾ ਬੇਇਨਸਾਫੀ ਰਹੀ ਹੈ। ਉਸ ਨਿਸ਼ਾਨੇ ਨੂੰ ਸਮਝਣਾ ਪਊਗਾ। ਅਗਲੀ ਗੱਲ ਇਹ ਸਮਝਣੀ ਪਊਗੀ, ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ, ਕਿ ਇਹ ਦੁਨੀਆ ਜਿਹੜੀ ਆ ਇਹ ਇੱਕ ਸਰਾਂ ਵਾਂਗੂ ਆ, ਇਹ 'ਚ ਹਮੇਸ਼ਾ ਬੈਠੇ ਨਹੀਂ ਰਹਿਣਾ। ਜੈਸੇ ਸੁਪਨਾ ਰਹਿਣ ਕਾ ਤੈਸੋ ਹੀ ਜਗ ਜਾਣ, ਵੀ ਜਿੱਦਾਂ ਰਾਤ ਦਾ ਸੁਪਨਾ ਹੁੰਦਾ ਹੈ, ਦੁਨੀਆ ਉਹਦੇ ਵਰਗੀ ਹੈ। ਜਦੋਂ ਤੁਸੀਂ ਇਸ ਹਕੀਕਤ ਨੂੰ, ਇਸ ਫਾਰਮੂਲੇ ਨੂੰ ਆਪਣੀ ਜ਼ਿੰਦਗੀ 'ਚ ਇੰਪਲੀਮੈਂਟ ਕਰਨਾ ਸ਼ੁਰੂ ਕੀਤਾ, ਫਿਰ ਤੁਹਾਨੂੰ ਸ਼ਹਾਦਤ ਦੀ ਸਮਝ ਆਉਣੀ ਹੈ ਕਿ ਇਹਦਾ ਮਤਲਬ ਕੀ ਹੈ। ਫਿਰ ਤੁਹਾਨੂੰ ਲੱਗਣਾ ਕਿ ਸਿਰਫ ਫਿਜ਼ੀਕਲ ਫਾਰਮ ਦਾ ਪਲਟਾ ਆ। ਸ਼ਹਾਦਤ ਜਿਹੜੀ ਹੈ ਉਹ ਸਰੀਰ ਕਰਕੇ ਨਹੀਂ, ਉਹ ਮਨ ਕਰਕੇ ਹੈ। ਮਨ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ ਕਿਸੇ ਚੀਜ਼ ਲਈ, ਉਹ ਸਮਰਪਣ ਦੇ ਵਿੱਚ ਸ਼ਹਾਦਤ ਹੈ। ਸੋ ਸਮਰਪਣ ਆਪਣੀ ਜ਼ਿੰਦਗੀ 'ਚ ਲੈ ਕੇ ਆਉਣ ਦੀ ਲੋੜ ਹੈ ਸਾਨੂੰ। ਉਹਦੇ ਨਾਲ ਜੇ ਉਸ ਰਸਤੇ ਤੇ ਚੱਲਦੇ ਆ ਸ਼ਹਾਦਤ ਮਿਲ ਜੇ ਤਾਂ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਜੀ ਬਿਲਕੁਲ। ਗੱਲ ਕਰ ਲੈਂਦੇ ਆ ਕਿ ਲੰਬਾ ਸਮਾਂ ਹੋ ਚੱਲਿਆ ਇੱਥੇ ਬੈਠਿਆਂ ਨੂੰ, ਸਾਡੀਆਂ ਆਵਾਜ਼ਾਂ ਹਰ ਕੋਨੇ 'ਚ, ਹਰ ਦੇਸ਼ ਤੱਕ ਪਹੁੰਚ ਰਹੀਆਂ ਨੇ ਤੇ ਸਾਡੇ ਪ੍ਰਧਾਨ ਮੰਤਰੀ ਦੇਖਦੇ ਸਭ ਕੁਝ ਪੈ ਨੇ, ਪਰ ਇਹਨੂੰ ਆਪਣੇ ਆਪ ਦੇ ਵਿੱਚ ਇੱਕ ਬਦਲਾਅ, ਇੱਕ ਚੇਂਜ ਲੈ ਕੇ ਕਿਉਂ ਨਹੀਂ ਆ ਰਹੇ? ਮੈਂ ਤਾਂ ਹੈਰਾਨ ਹੁੰਦਾ ਹੈ ਕਿ ਤੁਹਾਡੇ ਸਿਰ ਤੇ ਕਿਸੇ ਇੱਕ ਬੰਦੇ ਦੀ ਜਾਣ ਦਾ ਵੀ ਦੋਸ਼ ਹੋਵੇ ਤਾਂ ਨੀਂਦ ਉੱਡ ਜਾਂਦੀ ਹੈ, ਤਾਂ ਉਸ ਬੰਦੇ ਦੇ ਸਿਰ ਤੇ 40 ਤੋਂ 45 ਬੰਦਿਆਂ ਦਾ ਦੋਸ਼ ਹੈ ਇਸੇ ਐਜੀਟੇਸ਼ਨ ਦੇ ਦੌਰਾਨ। ਜਿਹੜੇ ਪਿਛਲੇ ਹੋਏ, ਸ਼ਹੀਨ ਬਾਗ ਦਾ ਹੋਇਆ ਜਾਂ ਕਸ਼ਮੀਰ 'ਚ ਜੋ ਕੁਝ ਚੱਲ ਰਿਹਾ, ਉਹ ਪਤਾ ਨਹੀਂ ਕਿੰਨੇ ਅਣਗਿਣਤ ਕਿੰਨੇ ਸ਼ਰੀਰਾਂ ਦੀ ਜਾਨ ਲਈ ਹੈ ਉਹਨੇ, ਤੇ ਉਹਦੇ ਬਾਵਜੂਦ ਵੀ ਬੰਦਾ ਸੌਂ ਪਾ ਰਿਹਾ ਹੋਊਗਾ ਜਾਂ ਨਹੀਂ ਸੌਂ ਪਾ ਰਿਹਾ ਹੋਊਗਾ। ਫਿਰ ਵੀ ਇੰਨਾ ਅੜੀਅਲ ਰਵੱਈਆ, ਇੰਨਾ ਢੀਠਪੁਣਾ ਕਿਉਂ ਦਿਖਾਇਆ ਜਾ ਰਿਹਾ ਆ? ਇਸ ਗੱਲ ਨੂੰ ਮੈਂ ਸਮਝਦਾ ਹਾਂ ਕਿ 1947 'ਚ ਜਿਸ ਵੈਲਫੇਅਰ ਸਟੇਟ ਦੀ ਗੱਲ ਕੀਤੀ ਗਈ ਸੀਗੀ, ਉਹ ਵੈਲਫੇਅਰ ਸਟੇਟ ਦੀ ਐਗਜ਼ਿਸਟੈਂਸ ਕਦੀ ਦਿਖੀ ਨਹੀਂ। ਜਿਸ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੀ ਗੱਲ ਹਮੇਸ਼ਾ ਕੀਤੀ ਗਈ, ਜਿਹੜਾ ਸਾਨੂੰ ਪੜ੍ਹਾਇਆ ਵੀ ਗਿਆ, ਉਹ ਡੈਮੋਕ੍ਰੇਸੀ ਕਦੀ ਦਿਖੀ ਨਹੀਂ। ਉਹ ਢਾਂਚੇ ਦੇ ਵਿੱਚ ਇੰਨਾ ਕਰਪਸ਼ਨ ਤੇ ਇੰਨੀਆਂ ਬੁਰੀਆਂ ਚੀਜ਼ਾਂ ਕਿੱਦਾਂ ਇਨਵੋਲਵ ਹੋ ਗਈਆਂ, ਉਹ ਕੌਣ ਕਰ ਗਿਆ? ਉਹ ਮਸਲੇ ਜਿਹੜੇ ਨੇ ਉਹ ਵਿਚਾਰਨਯੋਗ ਨੇ, ਤੇ ਸਾਨੂੰ ਹੁਣ ਅਵੇਅਰ ਹੋਣਾ ਪਊਗਾ। ਅਸੀਂ ਬਾਰ-ਬਾਰ ਹੁਣ ਫਾਰਮਰ ਬਿਲਸ ਦੀ ਗੱਲ ਹੈ, ਆਪਾਂ ਫਾਰਮਰ ਬਿਲਸ ਕਰਕੇ ਆਏ ਆ, ਫੈਸਲਾ ਤਾਂ ਲੈ ਕੇ ਜਾਵਾਂਗੇ, ਪਰ ਨਾਲ ਦੇ ਨਾਲ ਇੱਕ ਅਹਿਦ ਕਰਨਾ ਚਾਹੀਦਾ ਆਪਣੇ ਆਪ ਦੇ ਨਾਲ ਕਿ ਇਸ ਤੋਂ ਗਾੜੀ ਵੀ ਜਦੋਂ ਵੀ ਹੁਣ ਬੇਇਨਸਾਫੀ ਹੋਊਗੀ ਤਾਂ ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ, ਅਸੀਂ ਉਸ ਮਸਲੇ ਦੇ ਉੱਤੇ ਬੋਲਾਂਗੇ, ਅਸੀਂ ਚੁੱਪ ਨਹੀਂ ਰਵਾਂਗੇ। ਸਵਾਲ ਕਰਨਾ ਤੁਹਾਡਾ ਹੱਕ ਹੈ, ਤੇ ਉਹ ਸਵਾਲ ਕਰਨ ਦੀ ਜਿਹੜੀ ਆਜ਼ਾਦੀ ਹੈ ਉਹਨੂੰ ਸਮਝਣਾ ਸਿੱਖੀਏ ਹੁਣ ਅਸੀਂ। ਗੱਲ ਕਰ ਲੈਣੇ ਕਿ ਹੁਣ ਵੀ ਬੜੇ ਸਾਦੇ ਜੇ ਸਾਰੇ ਤੁਰੇ ਫਿਰਦੇ ਨੇ, ਸਾਡੇ ਬਾਪੂ ਨੇ, ਮਾਵਾਂ ਨੇ, ਭੈਣਾਂ ਨੇ, ਵੀਰ ਸਾਰੇ ਬੜੇ ਸਾਦੇ ਜੇ ਲਿਬਾਸ ਵਿੱਚ ਨੇ। ਜਦੋਂ ਇਹ ਰਾਤ ਨੂੰ ਗੁਜ਼ਰਦੇ ਨੇ ਤਾਂ
ਹੋਰ ਵੀ ਜ਼ਿਆਦਾ ਮਾਹੌਲ ਜਿਹੜਾ ਸੋਹਣਾ ਹੋ ਜਾਂਦਾ। ਤਾਂ ਗੱਲ ਕਰ ਲੈਂਦੇ ਕਿ ਇਹਨਾਂ ਨੂੰ ਕਈ ਕੁਝ ਨਾਮ ਦਿੱਤੇ ਜਾ ਰਹੇ ਨੇ ਕਿ ਤੁਸੀਂ ਦੇਖੋ ਕਿ ਕਿਸੇ ਦੇ ਜ਼ਖਮ ਹੋਏ ਹੱਥਾਂ ਤੇ, ਕਿਸੇ ਦੇ ਪੈਰਾਂ 'ਚ ਛਾਲੇ ਪਏ ਹੋਏ ਨੇ, ਕੱਪੜੇ ਵੀ ਫਟੇ ਹੋਏ ਨੇ, ਪਰ ਸਾਨੂੰ ਅੱਜ ਵੀ ਇੱਕ ਹੋਰ ਨਜ਼ਰ ਨਾਲ ਜਿਹੜਾ ਦੇਖਿਆ ਜਾਂਦਾ ਹੈ। ਪਤਾ ਨਹੀਂ ਕਿਉਂ ਸਾਨੂੰ ਐਂਟੀ ਨੈਸ਼ਨਲਿਸਟਾਂ ਇਦਾਂ ਦੀਆਂ ਚੀਜ਼ਾਂ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ, ਇੱਥੋਂ ਦਿੱਲੀ ਦਾ ਹੀ ਕੋਈ ਬੰਦਾ, ਉਹਨਾਂ ਨਾਲ ਗੱਲ ਹੁੰਦੇ ਹੁੰਦੇ ਮੈਂ ਉਹਨਾਂ ਨੂੰ ਦੱਸਿਆ ਕਿ ਭਾਜੀ ਤੁਸੀਂ ਇੱਥੇ ਗਰਾਊਂਡ ਦੀ ਰਿਐਲਿਟੀ ਤਾਂ ਆ ਕੇ ਦੇਖੋ। ਹੀ ਸੈਡ ਕਿ ਮੈਨੂੰ ਮੇਰੇ ਪੋਲੀਟੀਕਲ ਲਿੰਕਸ ਨੇ ਤੇ ਮੇਰੇ ਕੋਲ ਜਿੰਨੀ ਇਨਫੋਰਮੇਸ਼ਨ ਹੈ ਉਹਨਾਂ ਦੇ ਦੁਆਰਾ ਹੀ ਹੈ। ਮੈਂ ਕਿਹਾ ਤੁਸੀਂ ਉਸ ਇਨਫੋਰਮੇਸ਼ਨ ਤੇ ਨਿਰਭਰ ਨਾ ਕਰੋ। ਮੈਂ ਸਿਵਿਲੀਅਨਸ ਨੂੰ ਵੀ ਇਹ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਸ਼ੱਕ ਹੈ ਕਿ ਇਹ ਐਂਟੀ ਨੈਸ਼ਨਲਿਸਟ ਲੋਕ ਨੇ ਜਾਂ ਮਿਸਲੀਡਡ ਨੇ, ਮਿਸਗਾਈਡਡ ਨੇ ਕਾਂਗਰਸ ਵੱਲੋਂ ਜਾਂ ਆਪ ਵੱਲੋਂ ਜਾਂ ਕਿਸੇ ਹੋਰ ਪੱਖ ਵੱਲੋਂ, ਤਾਂ ਉਹ ਇੱਕ ਵਾਰੀ ਇੱਥੇ ਗਰਾਊਂਡ ਤੇ ਆਉਣ, ਆ ਕੇ ਇੱਥੇ ਦੀ ਰਿਐਲਿਟੀ ਦੇਖਣ, ਆ ਕੇ ਇੱਥੇ ਸਾਡੇ ਨਾਲ ਗੱਲਬਾਤ ਤਾਂ ਕਰਨ ਯਾਰ, ਸਾਨੂੰ ਸੇਵਾ ਕਰਨ ਦਾ ਮੌਕਾ ਤਾਂ ਦੇਣ। ਫਿਰ ਡਿਸਾਈਡ ਕਰ ਲਿਆ ਜੇ ਕਿ ਤੁਸੀਂ ਗਵਰਨਮੈਂਟ ਵੱਲ ਹੋ ਕਿ ਸਾਡੇ ਵੱਲ ਹੋ। ਇਹ ਨਾਮ ਸੁਣਨ ਤੋਂ ਬਾਅਦ ਇੱਕ ਹੋਰ ਚੀਜ਼ ਸਾਨੂੰ ਸੁਣਨ ਤੋਂ ਆਉਂਦੀ ਹੈ, ਕਹਿੰਦੇ ਕਿ ਅਸੀਂ ਇੱਥੇ ਪਿਕਨਿਕ ਮਨਾਉਣ ਦੇ ਲਈ ਆਉਂਦੇ ਹਾਂ। ਜਿੰਨੇ ਕਿਸਾਨ ਹੈ, ਕਿਸਾਨ ਨਹੀਂ ਹੈ, ਇਹ ਗੁੰਮਰਾਹ ਹੋਏ ਲੋਕ ਇੱਥੇ ਆਏ ਨੇ ਤੇ ਦਿੱਲੀ ਦੀਆਂ ਸਰਹੱਦਾਂ ਤੇ ਇੰਨੀ ਠੰਡ ਵਿੱਚ ਪਿਕਨਿਕ ਮਨਾ ਰਹੇ ਨੇ। ਮੈਂ ਤਾਂ ਇੱਥੇ ਗੱਲ ਕਹੂੰਗਾ ਕਿ ਜਿੱਦਣ ਆ ਨਾ ਚਰਖੜੀਆਂ ਤੇ ਸਿੰਘਾਂ ਨੇ ਚੜ੍ਹਨਾ ਸੀਗਾ ਤਾਂ ਉਦਣ ਵੀ ਵਾਰੀ ਬੰਨਣ ਤੋਂ ਲੜਦੇ ਸੀ ਵੀ ਮੇਰੀ ਵਾਰੀ ਪਹਿਲਾਂ ਦੇ ਦਿਓ, ਤਾਂ ਫਿਰ ਤਾਂ ਤੁਸੀਂ ਉਹਨੂੰ ਵੀ ਇੰਜੋਇਮੈਂਟ ਕਹਿ ਦਿੰਦੇ, ਹੈ ਨਾ। ਉਹ ਤੁਹਾਡੇ ਹਿੱਤ ਲਈ ਦਿੱਤੀਆਂ ਗਈਆਂ ਸੀ ਤਾਂ ਤੁਹਾਨੂੰ ਉਹ 'ਚ ਇੰਜੋਇਮੈਂਟ ਨਹੀਂ ਦਿਖੀ, ਹੈ ਨਾ। ਤੇ ਇਹ ਜੇ ਅਸੀਂ ਆਪਣੇ ਹਿੱਤ ਲਈ ਲੜ ਰਹੇ ਹਾਂ ਤਾਂ ਤੁਹਾਨੂੰ ਇੰਜੋਇਮੈਂਟ ਦਿਖ ਰਹੀ ਹੈ। ਸਿਮਿਲਰਲੀ ਖਾਲਸਾ ਏਡ ਨਾਲ ਵੀ ਕੀਤਾ ਇਹਨਾਂ ਨੇ ਕਿ ਜੇ ਉਹ ਕਿਸੇ ਨੈਚੁਰਲ ਕਲੈਮਿਟੀ ਦੇ ਉੱਤੇ ਲੰਗਰ ਲਾਉਂਦੇ ਨੇ ਜਾਂ ਫੰਡਸ ਦਿੰਦੇ ਨੇ ਤਾਂ ਉਦੋਂ ਕਿਹਾ ਜਾਂਦਾ ਹੈ ਕਿ ਦੇਖੋ ਜੀ ਇਹ ਸੇਵਾ ਕਰ ਰਹੇ ਨੇ। ਅੱਜ ਜੇ ਉਹ ਆਪਣੇ ਲੋਕਾਂ ਦੇ ਨਾਲ ਆ ਕੇ ਖਲੋ ਗਏ ਤਾਂ ਉਹ ਐਂਟੀ ਨੈਸ਼ਨਲਿਸਟ ਹੋ ਗਏ। ਸੋ ਇਹ ਦੋਹਰੀ ਵਿਚਾਰਧਾਰਾ ਇਹਨਾਂ ਦੀ ਨੀਤੀ ਹੈ ਐਜੀਟੇਸ਼ਨ ਨੂੰ ਫੇਲ ਕਰਨ ਦੀ, ਪਰ ਇਹ ਚੱਲਣੀ ਨਹੀਂ ਹੁਣ। ਅੱਜ ਦੀ ਸਾਡੀ ਜਵਾਨੀ ਨੂੰ ਦੇਖਦੇ ਹੋ ਕਿਸ ਤਰ੍ਹਾਂ ਦੇ ਜਿੰਨਾ ਇਹਨਾਂ ਦੇ ਵਿੱਚ ਜੋਸ਼ ਆ, ਇਹਨਾਂ ਨੇ ਅੱਜ ਹੋਸ਼ ਤੋਂ ਵੀ ਬਹੁਤ ਹਲੀਮੀ ਦੇ ਨਾਲ ਜਿਹੜਾ ਕੰਮ ਲਿਆ ਆ। ਬਹੁਤ ਤਗੜਾ ਇੰਨਾ ਵੱਡਾ ਜਿਹੜਾ ਆ ਅੰਦੋਲਨ ਚੱਲ ਰਿਹਾ, ਪਰ ਇਸ ਦੌਰਾਨ ਇਹਨਾਂ ਨੇ ਸਭ ਤੋਂ ਜ਼ਿਆਦਾ ਸ਼ਾਂਤਮਈ ਹੋ ਕੇ ਪ੍ਰਦਰਸ਼ਨ ਕੀਤਾ ਆ। ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਆਮ ਤੌਰ ਤੇ ਕਹਿੰਦੇ ਕਿ ਜਿਹੜਾ ਯੂਥ ਹੈ ਬਹੁਤ ਛੇਤੀ ਜਿਹੜਾ ਉਬਾਲੇ ਮਾਰਦਾ ਇਹਨਾਂ ਦਾ ਖੂਨ ਤੇ ਭੜਕ ਜਾਂਦੇ ਨੇ। ਤੁਸੀਂ ਜਦੋਂ ਨਾ ਕਦੀ ਐਕਸਪੈਰੀਮੈਂਟ ਕਰਕੇ ਦੇਖਿਆ ਜੇ, ਰਾਤ ਨੂੰ 2 ਵਜੇ ਤੋਂ ਬਾਅਦ ਕਦੀ ਨਾ ਇੱਥੇ ਐਜੀਟੇਸ਼ਨ 'ਚ ਫਿਰ ਕੇ ਦੇਖਿਓ, ਤੁਹਾਡੀ ਮੁਲਾਕਾਤ ਨਾ ਇੱਕ ਐਸੀ એનર્ਜੀ ਦੇ ਨਾਲ ਹੋਊਗੀ ਜਿੰਨੇ ਇਸ ਐਜੀਟੇਸ਼ਨ ਨੂੰ ਬੰਨ੍ਹ ਕੇ ਰੱਖਿਆ ਹੋਇਆ। ਉਹਦਾ ਧੰਨਵਾਦ ਕਰਕੇ ਦੇਖਿਓ, ਤੁਹਾਨੂੰ ਸਾਰੀ ਗੱਲ ਸਮਝ ਆ ਜਾਊਗੀ ਕਿ ਇਹ ਜਵਾਨ ਹੱਲਾ ਗੁੱਲਾ ਕਿਉਂ ਨਹੀਂ ਕਰ ਰਹੇ, ਇਹ ਐਜੀਟੇਸ਼ਨ ਇੰਨਾ ਸ਼ਾਂਤਮਈ ਕਿੱਦਾਂ ਰਹਿ ਰਿਹਾ, ਹਰ ਗੱਲ ਸਿੱਧੀ ਹੀ ਕਿਉਂ ਪੈ ਰਹੀ ਹੈ। ਕਿਉਂਕਿ ਜਦੋਂ ਤੁਸੀਂ ਉਸ એનર્ਜੀ ਦੇ ਰੂਬਰੂ ਹੋ ਗਏ ਨਾ ਤਾਂ ਉਹ ਤੁਹਾਨੂੰ ਇੰਨਾ ਕੁ ਪਿਆਰ ਦੇ ਕੇ ਜਾਊਗੀ ਕਿ ਤੁਸੀਂ ਭਰ ਜਾਓਗੇ, ਤੁਹਾਡੀਆਂ ਅੱਖਾਂ 'ਚੋਂ ਅਥਰੂ ਵਹਿਣੇ ਬੰਦ ਨਹੀਂ ਹੋਣੇ। ਤਾਂ ਇਹ ਐਜੀਟੇਸ਼ਨ ਕਿਸੇ ਆਗੂ ਦਾ ਜਾਂ ਕਿਸੇ ਥਾਟ ਕਰਕੇ ਨਹੀਂ ਵੱਜਿਆ ਹੋਇਆ, ਇਹ ਇਮੋਸ਼ਨਸ ਨੇ ਬੰਨਿਆ ਹੋਇਆ। ਤਾਂ ਇਹ ਜਵਾਨ ਵੀ ਜਿਹੜੇ ਆਏ ਨੇ ਇਹਨਾਂ ਨੂੰ ਵੀ ਪਤਾ ਕਿਹੜੇ ਕੰਮ ਆਏ ਨੇ ਤੇ ਇਹਨਾਂ ਨੂੰ ਉਸ ਵੱਡੇ ਫੋਕਸ ਦਾ ਜਿਹੜਾ ਨਾ ਉਹ ਚੇਤਾ ਹੈ ਕਿ ਸਾਡਾ ਫੋਕਸ ਕੀ ਹੋਣਾ ਚਾਹੀਦਾ। ਜਿਸ ਤਰ੍ਹਾਂ ਸ਼ੁਰੂ ਤੱਕ ਨਾਰਾ ਰਿਹਾ ਹੈ ਜੈ ਜਵਾਨ ਜੈ ਕਿਸਾਨ ਦਾ ਨਾਰਾ ਹੁੰਦਾ ਹੈ ਤੇ ਅਸੀਂ ਹਮੇਸ਼ਾ ਉੱਥੇ ਅੱਜ ਸਾਡੇ ਕਿਸਾਨ ਬੈਠੇ, ਅੱਜ ਜਵਾਨ ਜਿਹੜੇ ਕਾਰਗਿਲ ਦੇ ਯੋਧੇ ਆ ਨਾ ਉਹ ਵੀ ਇੱਥੇ ਬੈਠੇ ਹੋਏ ਆ। ਮੈਂ ਕੱਲ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆਈ ਸੀ ਤਾਂ ਉਹ ਭਾਵੁਕ ਬੜੇ ਹੋ ਜਾਂਦੇ ਨੇ, ਕਹਿੰਦੇ ਕਿ ਅਸੀਂ ਉਹ ਵੀ ਸਮਾਂ ਹੰਡਾਇਆ ਸੀ। ਕੱਲ ਇੱਕ ਬਾਪੂ ਜੀ ਮਿਲੇ ਤਾਂ ਉਹਨਾਂ ਦੀ ਉਮਰ 85 ਸਾਲ ਦੀ ਸੀ, ਕਹਿੰਦੇ ਸੀ 16 ਸਾਲ ਦੀ ਉਮਰ ਵਿੱਚ ਮੈਂ 47 ਦੇਖੀ ਸੀ, ਫਿਰ ਮੈਂ 84 ਦੇਖੀ ਸੀ ਤੇ ਅੱਜ ਵਾਲਾ ਦੌਰ ਵੀ ਦੇਖ ਰਹੇ ਹਾਂ। ਅੱਜ ਸਾਡੀਆਂ ਪੀੜ੍ਹੀਆਂ ਸਾਰਿਆਂ ਦੀਆਂ ਆਈਆਂ ਨੇ, ਅਸੀਂ 47 84 ਭਾਵੇਂ ਨਹੀਂ ਦੇਖੀ ਹੈ ਪਰ ਅੱਜ ਵਾਲਾ ਸਮਾਂ ਲੱਗਦਾ ਨਾ ਕਿ ਅਗਲੀਆਂ ਪੀੜ੍ਹੀਆਂ ਸਾਡੀਆਂ ਪੜ੍ਹਨਗੀਆਂ ਨੂੰ ਕਿਤਾਬਾਂ ਦੇ ਵਿੱਚ ਵੀ। ਬਿਲਕੁਲ ਇਹ ਪੜ੍ਹਨਗੀਆਂ, ਚੇਤੇ ਰੱਖਣਗੀਆਂ, ਚੋਂ ਸੀਧ ਵੀ ਲੈਣਗੀਆਂ। ਇਹ ਵੱਡੀ ਗੱਲ ਹੋਊਗੀ ਆਉਣ ਵਾਲੇ ਟਾਈਮ 'ਚ। ਇਹ ਵੀ ਮੈਨੂੰ ਲੱਗਦਾ ਮੁਹਾਵਰਾ ਬਣ ਜਾਣਾ ਕਿ ਇੱਕ ਵੇਲਾ ਸੀ ਅਸੀਂ ਟਰੈਕਟਰਾਂ ਨਾਲ ਘੇਰ ਲਿਆ ਸੀਗਾ, ਹੈ ਨਾ। ਵੀ ਇੱਕ ਮੁਹਾਵਰਾ ਬਣੂਗਾ ਵੀ ਜੇ ਦੇਖ ਲਾ ਜੇ ਅਸੀਂ ਆਈ ਤਾਂ ਤੇ ਟਰੈਕਟਰਾਂ ਨਾਲ ਘੇਰ ਲਵਾਂਗੇ, ਹੈ ਨਾ। ਹਾਂ, ਸੋ ਫਤਿਹ ਅਸੀਂ ਕਰਕੇ ਤਾਂ ਜ਼ਰੂਰ ਜਾਣੀ ਹੈ। ਜਦੋਂ ਸਾਡੀ ਫਤਿਹ ਹੋਣੀ ਹੈ ਤਾਂ ਉਦੋਂ ਤੁਸੀਂ ਵੀਰ ਸਿੰਘ ਹੋਣਾ ਨੇ ਕੀ ਸੋਚਿਆ ਹੈ ਕਿ ਅਸੀਂ ਕੀ ਕਰਾਂਗੇ ਉਸ ਟਾਈਮ ਤੇ? ਦਿਲ ਤਾਂ ਕਰਦਾ ਕਿ ਸਾਰੇ ਦਿੱਲੀ ਵਾਸੀਆਂ ਨੂੰ ਨਾ ਲੱਡੂ ਵੰਡ ਕੇ ਜਾਈਏ, ਮਹਾਰਾਜ ਦਾ ਸ਼ੁਕਰਾਨਾ ਕਰਕੇ ਨਿਕਲਾਂਗੇ। ਤੇ ਪਰ ਗੱਲ ਸਿਰਫ ਇਹ ਕਿ ਅੰਦਰ ਇੱਕ ਚਿੰਗਾਰੀ ਲੈ ਕੇ ਨਿਕਲਣ ਦੀ ਲੋੜ ਹੈ। ਇਸ ਐਜੀਟੇਸ਼ਨ ਦੇ ਸਕਸੈਸਫੁਲ ਹੋਣ ਤੋਂ ਬਾਅਦ ਨਾ ਆਪਣੇ ਅੰਦਰ ਉਹ ਵਾਅਦੇ ਕਰਕੇ ਨਿਕਲਣ ਦੀ ਲੋੜ ਹੈ ਕਿ ਹੁਣ ਅਸੀਂ ਆਪਣੀ ਆਵਾਜ਼ ਜਿਹੜੀ ਨਾ ਘੁੱਟ ਕੇ ਨਹੀਂ ਰੱਖਾਂਗੇ। ਹੁਣ ਅਸੀਂ ਜ਼ਿੰਦਾ ਦਿਲ ਹੋ ਕੇ ਜੀਵਾਂਗੇ, ਭਾਵੇਂ ਥੋੜਾ ਚਿਰ ਜੀਏ ਪਰ ਜਿੰਨਾ ਜੀਵਾਂਗੇ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਰਵਾਂਗੇ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ।
ਇਹ ਸਨ ਸਾਡੇ ਨਾਲ ਵੀਰ ਸਿੰਘ ਹੋਣੀ। ਸੋ ਬੜੀ ਖੂਬਸੂਰਤ ਤਰੀਕੇ ਦੇ ਨਾਲ, ਬੜੀ ਸਾਦਗੀ ਦੇ ਨਾਲ ਇਹਨਾਂ ਨੇ ਹਰ ਕੋਈ ਬੜਾ ਸੰਤੁਸ਼ਟ ਭਰਿਆ ਜਿਹੜਾ ਜਵਾਬ ਦਿੱਤਾ ਹੈ। ਆਸ ਕਰਦੇ ਹਾਂ ਕਿ ਤੁਹਾਨੂੰ ਵੀ ਇੰਟਰਵਿਊ ਬੇहद ਪਸੰਦ ਆਏਗੀ। ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅੱਜ ਕਿਸਾਨਾਂ ਦੀ ਆਵਾਜ਼ ਅਸੀਂ ਸਾਰੇ ਬਣੇ ਹੋਏ ਹਾਂ। ਇਹ ਆਵਾਜ਼ ਸਭ ਤੱਕ ਪਹੁੰਚਣੀ ਬੇहद ਜ਼ਰੂਰੀ ਹੈ। ਸਹਿਯੋਗੀ ਸਾਥੀ ਕਮਲ ਦੇ ਨਾਲ ਮਨਦੀਪ ਕੌਰ ਸੰਧੂ, ਸਿੰਘੂ ਬਾਰਡਰ ਤੋਂ।